ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੀ ਬਹਾਲ ਹੋ ਸਕੀ ਪੰਜਾਬ ਵਿਧਾਨ ਪ੍ਰੀਸ਼ਦ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਮੇਰੇ ਸਾਥੀ ਪੱਤਰਕਾਰ ਸ਼੍ਰੀ ਚਰਨਜੀਤ ਜੀ। ਚਰਨਜੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਪੰਜਾਬ 'ਚ 2 ਦਿਨਾਂ ਤੋਂ ਜਿਹੜਾ ਹੈਗਾ ਲਗਾਤਾਰ ਚਰਚਾ ਚੱਲ ਰਹੀ ਹੈ ਵੀ ਕਿ ਪੰਜਾਬ ਦੇ ਵਿੱਚ ਜਿਹੜੀ ਵਿਧਾਨ ਪ੍ਰੀਸ਼ਦ ਹੈ ਉਸ ਨੂੰ ਮੁੜ ਸੁਰਜੀਤ ਕੀਤਾ ਜਾਣਾ ਚਾਹੀਦਾ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਹ ਵਿਧਾਨ ਪ੍ਰੀਸ਼ਦ ਦਾ ਕੀ ਕੰਮਕਾਜ ਹੈ ਤੇ ਕੀ ਤੁਹਾਨੂੰ ਲੱਗਦਾ ਵੀ ਕਿ ਇਹ ਦੁਬਾਰਾ ਜਿਹੜਾ ਹੈਗਾ ਬਹਾਲ ਹੋ ਸਕੇਗੀ ਪੰਜਾਬ 'ਚ। ਦੇਖੋ, ਇਹਨੂੰ ਆਪਾਂ ਦੋ ਪੱਖਾਂ ਤੋਂ ਦੇਖ ਸਕਦੇ ਹਾਂ। ਜੇ ਤਾਂ ਅਸੀਂ ਕੰਸਟੀਟਿਊਸ਼ਨਲੀ ਦੇਖਣਾ ਹੋਵੇ ਜੀ ਤਾਂ ਸਾਡੀ ਭਾਰਤੀ ਸੰਵਿਧਾਨ ਦੇ ਵਿੱਚ ਇਹ ਵਿਵਸਥਾ ਹੈ ਕਿ ਸਾਡੇ ਅਸੈਂਬਲੀ ਦੇ 2 ਹਾਊਸ ਹੈ ਜਿਹੜੇ, ਇੱਕ ਅਪਰ ਹਾਊਸ ਇੱਕ ਲੋਅਰ ਹਾਊਸ। ਲੋਅਰ ਹਾਊਸ ਸਾਡਾ ਪੰਜਾਬ ਵਿਧਾਨ ਸਭਾ ਨੂੰ ਕਹਿੰਦੇ ਆ, ਔਰ ਜਿਹੜੀ ਸਾਡੀ ਵਿਧਾਨ ਪ੍ਰੀਸ਼ਦ ਹੈ ਉਸ ਨੂੰ ਅਸੀਂ ਅਪਰ ਹਾਊਸ ਦੇ ਤੌਰ ਤੇ ਕੰਸੀਡਰ ਕਰਦੇ ਹਾਂ ਜੀ। ਇਹ ਸੱਚ ਜਿਵੇਂ ਸਾਡੀ ਲੋਕ ਸਭਾ ਤੇ ਰਾਜ ਸਭਾ ਹੈ ਜੀ। ਸੋ ਉਸ ਐਂਗਲ ਤੋਂ ਤਾਂ ਇਹ ਸੰਵਿਧਾਨ ਦਾ ਜਿਹੜਾ ਆਰਟੀਕਲ 169 ਹੈ ਜੀ, ਉਹਦੇ ਵਿੱਚ ਇਹ ਪ੍ਰੋਵੀਜ਼ਨ ਹੈ ਕਿ ਜਿਹੜੀ ਸਾਡੇ ਦੇਸ਼ ਦੀ ਪਾਰਲੀਮੈਂਟ ਹੈ ਉਹ ਕਿਸੇ ਵੀ ਸੂਬੇ ਦੀ ਜਿਹੜੀ ਵਿਧਾਨ ਪ੍ਰੀਸ਼ਦ ਹੈ ਜੀ, ਉਸ ਦੀ ਕ੍ਰੀਏਸ਼ਨ ਹੈ ਜਿਹੜੀ ਉਹ ਕਰ ਸਕਦੀ ਹੈਗੀ ਹੈ, ਜਾਂ ਕਿਸੇ ਵਿਧਾਨ ਪ੍ਰੀਸ਼ਦ ਨੂੰ ਅਬੋਲਿਸ਼ ਕਰਨਾ ਹੈ ਤਾਂ ਵੀ 169 ਦੇ ਤਹਿਤ ਅਬੋਲਿਸ਼ ਕੀਤਾ ਜਾ ਸਕਦਾ ਹੈ। ਪਰ ਉਹਦੇ ਲਈ ਇਹ ਜ਼ਰੂਰੀ ਹੈ ਕਿ ਸੰਬੰਧਿਤ ਸੂਬੇ ਦੀ ਜਿਹੜੀ ਪੰਜਾਬ ਵਿਧਾਨ ਸਭਾ ਹੈ ਉਹਦੇ ਵੱਲੋਂ ਇੱਕ ਜਿਹੜਾ ਰੈਜ਼ੋਲੂਸ਼ਨ ਹੈ ਜਾਂ ਸਿਫਾਰਿਸ਼ ਹੈ ਉਹ ਕੀਤੀ ਜਾਣੀ ਬਣਦੀ ਹੈ। ਉਸ ਤੋਂ ਬਾਅਦ ਹੀ ਜਿਹੜੀ ਪਾਰਲੀਮੈਂਟ ਹੈ ਉਹ ਐਕਟ ਕਰਦੀ ਹੈਗੀ ਜੀ। ਇਸ ਕਰਕੇ ਕਾਨੂੰਨੀ ਤੌਰ ਤੇ ਜੇ ਪੰਜਾਬ ਦੇ ਵਿੱਚ ਇਹ ਗੱਲ ਚੱਲੀ ਹੈ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੇ ਜਿਹੜਾ ਮਨ ਹੈ ਉਹ ਦੱਸਿਆ ਕਿ ਅਸੀਂ ਪੰਜਾਬ ਵਿਧਾਨ ਪ੍ਰੀਸ਼ਦ ਨੂੰ ਬਹਾਲ ਕਰਨ ਦੇ ਮੂਡ ਦੇ ਵਿੱਚ ਹਾਂ ਔਰ ਕਰਨਾ ਚਾਹੁੰਦੇ ਹਾਂ, ਉਹਨਾਂ ਨੇ ਇੱਛਾ ਜ਼ਾਹਰ ਕੀਤੀ ਹੈਗੀ ਹੈ, ਤਾਂ ਉਹ ਲੀਗਲੀ ਕਾਨੂੰਨੀ ਤੌਰ ਤੇ ਇਹ ਕਰ ਸਕਦੇ ਨੇ। ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਹਿੱਚ ਨਹੀਂ ਜੀ। ਜੇ ਇਹਨੂੰ ਅਸੀਂ ਪ੍ਰੈਕਟੀਕਲ ਸ਼ੇਪ ਦੇ ਵਿੱਚ ਦੇਖਣਾ ਹੋਵੇ ਜਾਂ ਪੋਲੀਟੀਕਲ ਨਜ਼ਰੀਏ ਤੋਂ ਦੇਖਣਾ ਹੋਵੇ ਜੀ, ਤਾਂ ਇਹ ਕੋਈ ਪਹਿਲਾ ਮੌਕਾ ਤਾਂ ਆਤਿਸ਼ ਹੈ ਨਹੀਂ ਕਿ ਅਸੀਂ ਵਿਧਾਨ ਪ੍ਰੀਸ਼ਦ ਰਿਵਾਈਵ ਕਰਨ ਦੇ ਲਈ ਕੋਸ਼ਿਸ਼ ਕੀਤੀ ਹੋਵੇ। ਜੀ। ਇਸ ਤੋਂ ਪਹਿਲਾਂ ਵੀ 2 ਦਫਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਐਫਰਟਸ ਆ ਜਿਹੜੀਆਂ ਉਹ ਹੋ ਚੁੱਕੀਆਂ ਨੇ। ਜੀ। ਜਿਸ ਤਰ੍ਹਾਂ ਇੱਕ 29 ਮਾਰਚ 1976 ਦੇ ਵਿੱਚ ਹੋਈ ਸੀ, ਫਿਰ 7 ਅਪ੍ਰੈਲ 1993 ਦੇ ਵਿੱਚ ਹੋਈ। ਪਹਿਲਾਂ ਵੀ ਕਾਂਗਰਸ ਸਰਕਾਰ ਸੀ ਸੱਤਾ ਦੇ ਵਿੱਚ, ਉਸ ਤੋਂ ਬਾਅਦ ਬੇਅੰਤ ਸਿੰਘ ਦੀ ਸਰਕਾਰ ਸੀ ਸੱਤਾ ਦੇ ਵਿੱਚ। ਦੋਨੇ ਸਮਿਆਂ ਤੇ ਇਸ ਤਰ੍ਹਾਂ ਦਾ ਉਪਰਾਲਾ ਹੋਇਆ ਔਰ ਇਹ ਮਤੇ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਗਏ ਨੇ। ਜੀ। ਜਿਹੜਾ ਪ੍ਰੈਕਟੀਕਲ ਆਸਪੈਕਟ ਉਹ ਇਹ ਹੈਗਾ ਕਿ ਜਿਸ ਤਰ੍ਹਾਂ ਹੁਣ ਸਾਡੀ ਮੌਜੂਦਾ ਕੇਂਦਰੀ ਹਕੂਮਤ ਗੱਲ ਕਰਦੀ ਹੈ, ਜਿਹਦੇ ਵਿੱਚੋਂ ਅਕਸਰ ਸਟੇਜਾਂ ਤੋਂ ਕਿਹਾ ਜਾਂਦਾ ਕਿ ਡਬਲ ਇੰਜਨ ਦੀ ਸਰਕਾਰ। ਜੀ। ਜੇ ਤਾਂ ਦੇਖੋ ਡਬਲ ਇੰਜਨ ਦੀ ਸਰਕਾਰ ਹੈ, ਜਿਹੜੇ ਸੂਬੇ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਜਾਂ ਉਹਨਾਂ ਦਾ ਜਿਹੜਾ ਹਿੱਸੇਦਾਰ ਪਾਰਟਨਰ ਹੈਗਾ ਇੱਕ ਉਹਦੀ ਸਰਕਾਰ ਹੈ, ਫਿਰ ਤਾਂ ਕੋਈ ਦਿੱਕਤ ਨਹੀਂ ਆਉਂਦੀ। ਅਗਰ ਜੇ ਦੂਸਰੇ ਪਾਰਟਨਰ ਦੀ ਸਰਕਾਰ ਹੈ, ਗੈਰ ਭਾਜਪਾਈ ਸਰਕਾਰ ਹੈ, ਫਿਰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ। ਜਿਵੇਂ ਮਿਸਾਲ ਦੇ ਤੌਰ ਤੇ ਆਪਾਂ ਗੱਲ ਕਰ ਸਕਦੇ ਹਾਂ ਕਿ ਰਾਜਸਥਾਨ ਦੀ ਐਗਜ਼ਾਮਪਲ ਲੈਂਦੇ ਹਾਂ। ਜੀ ਬਿਲਕੁਲ। ਰਾਜਸਥਾਨ ਦੇ ਵਿੱਚ 2008 ਦੇ ਵਿੱਚ ਵਸੁੰਧਰਾ ਰਾਜੇ ਨੇ ਇਸੇ ਤਰ੍ਹਾਂ ਹੀ ਰੈਜ਼ੋਲੂਸ਼ਨ ਇੱਕ ਪਾਸ ਕੀਤਾ ਸੀ ਕਿ ਰਾਜਸਥਾਨ ਦੇ ਵਿੱਚ ਵੀ ਪੰਜਾਬ ਜਿਹੜੀ ਵਿਧਾਨ ਪ੍ਰੀਸ਼ਦ ਹੈ ਉਹ ਬਣਾਈ ਜਾਵੇ। ਜੀ। ਸੈਂਟਰ ਨੂੰ ਭੇਜਿਆ ਗਿਆ ਉਸ ਟਾਈਮ ਜਿਹੜੀ ਯੂਪੀਏ ਦੀ ਸਰਕਾਰ ਸੀ। ਉਸ ਤੋਂ ਬਾਅਦ ਫੇਰ ਐਫਰਟਸ ਹੋਈ ਇੱਕ ਵਾਰੀ 2012 ਦੇ ਵਿੱਚ, ਫੇਰ ਰਾਜਸਥਾਨ ਅਸੈਂਬਲੀ ਨੇ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਸੀ ਵਿਧਾਨ ਪ੍ਰੀਸ਼ਦ ਨੂੰ ਰਿਵਾਈਵ ਕਰਨ ਦੇ ਲਈ, ਫੇਰ ਨਹੀਂ ਹੋਈ। ਫੇਰ ਹੁਣ 2021 ਚ ਹੋਇਆ। ਜੀ। ਇਹਦਾ ਮਤਲਬ ਕਿ ਜ਼ਰੂਰੀ ਨਹੀਂ ਕਿ ਜੇ ਤੁਹਾਡੀ ਵਿਧਾਨ ਸਭਾ ਰੈਜ਼ੋਲੂਸ਼ਨ ਪਾਸ ਕਰ ਦਿੰਦੀ ਹੈ ਤਾਂ ਜਿਹੜੀ ਭਾਰਤ ਦੀ ਸਰਕਾਰ ਹੈ ਜਾਂ ਪਾਰਲੀਮੈਂਟ ਹੈ ਉਹ ਇੰਨੀ ਜਲਦੀ ਉਸ ਚੀਜ਼ ਨੂੰ ਪ੍ਰਵਾਨ ਕਰ ਲੇਗੀ ਜਾਂ ਕ੍ਰੀਏਸ਼ਨ ਕਰ ਦੇਗੀ। ਜੀ। ਹਾਲਾਂਕਿ ਸੰਵਿਧਾਨ ਦੇ ਵਿੱਚ ਇਹ ਗੱਲ ਹੈ ਜਿਹੜੀ ਉਹ ਸਾਫ਼ ਤੌਰ ਤੇ ਲਿਖੀ ਹੋਈ ਹੈ। ਜੀ। ਤੀਸਰੀ ਗੱਲ ਆ ਜਾਂਦੀ ਹੈ ਕਿ ਤੁਹਾਡੀ ਮਨਸ਼ਾ ਕੀ ਹੈ, ਕਿ ਤੁਹਾਡੀ ਨੀਅਤ ਕੀ ਹੈ, ਕਿਉਂ ਤੁਸੀਂ ਰਿਵਾਈਵ ਕਰਨਾ ਚਾਹੁੰਦੇ ਹੋ। ਹੁਣ ਜਿਸ ਤਰ੍ਹਾਂ ਮੁੱਖ ਮੰਤਰੀ ਦਫ਼ਤਰ ਕਹਿ ਰਿਹਾ ਹੈ ਕਿ ਇਸ ਬਾਰੇ ਅਸੀਂ ਜਿਹੜੇ ਕਾਨੂੰਨੀ ਮਾਹਰ ਹੈ ਉਹਨਾਂ ਨਾਲ ਵੀ ਗੱਲ ਕੀਤੀ ਹੈਗੀ ਹੈ ਕਿ ਕਿਸੇ ਕਿਸਮ ਦੀ ਕੋਈ ਇਹਦੇ ਵਿੱਚ ਕੋਈ ਰੁਕਾਵਟ ਨਹੀਂ। ਜੀ। ਤੇ ਦੂਸਰਾ ਇਹ ਵੀ ਲੱਗਦਾ ਹੈ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੇ ਇਹ ਦਿਲ ਦੀ ਕੁੰਡੀ ਖੋਲੀ ਹੈ ਤਾਂ ਉਸ ਤੋਂ ਪਹਿਲਾਂ ਜ਼ਰੂਰ ਉਹਨਾਂ ਜਿਹੜੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਹੈ ਉਹਨਾਂ ਨਾਲ ਜ਼ਰੂਰ ਇਸ ਦਾ ਮਸ਼ਵਰਾ ਜਿਹੜਾ ਉਹ ਕੀਤਾ ਹੋਏਗਾ। ਜੀ ਬਿਲਕੁਲ। ਤੇ ਤਾਂ ਹੀ ਇਹ ਗੱਲ ਨਿਕਲ ਕੇ ਬਾਹਰ ਆਈ ਹੈਗੀ ਹੈ। ਜੇ ਗੱਲ ਸਿਰੇ ਲੱਗਦੀ ਹੈਗੀ ਹੈ, ਸੱਚਮੁੱਚ ਇਹ ਸਰਕਾਰ ਇਸ ਮਸਲੇ ਤੇ ਸੁਹਿਰਦ ਹੈ। ਕਈ ਵਾਰੀ ਕੀ ਹੁੰਦਾ ਕਿ ਅਸੀਂ ਇਦਾਂ ਹੀ ਇੱਕ ਤਰ੍ਹਾਂ ਦਾ ਹਵਾ 'ਚ ਤੀਰ ਛੱਡ ਦਿੰਦੇ ਹਾਂ ਜੀ
ਤੇ ਪ੍ਰੈਕਟੀਕਲੀ ਅਸੀਂ ਕੋਈ ਬਹੁਤਾ ਸਿੰਸੀਅਰਲੀ ਇਹ ਸੋਚਿਆ ਨਹੀਂ ਹੁੰਦਾ। ਜੇ ਸੱਚਮੁੱਚ ਚਾਹੁੰਦੇ ਨੇ ਇਹ ਕੇਸ ਨੂੰ ਰਿਵਾਈਵ ਕਰਨਾ ਹੈਗਾ ਤਾਂ ਆਉਣ ਵਾਲਾ ਜਿਹੜਾ ਸੈਸ਼ਨ ਹੋਏਗਾ ਜਦੋਂ ਵੀ ਵਿਧਾਨ ਸਭਾ ਦਾ, ਉਹਦੇ ਵਿੱਚ ਇਹ ਮਤਾ ਆ ਸਕਦਾ ਹੈ। ਜੀ ਚਰਨਜੀਤ ਜੀ, ਜਿਵੇਂ ਤੁਸੀਂ ਵਿਧਾਨ ਪ੍ਰੀਸ਼ਦ ਬਾਰੇ ਚਰਚਾ ਕੀਤੀ ਹੈ, ਪਰ ਅਸੀਂ ਇੱਕ ਚੀਜ਼ ਇਹ ਜਾਣਨੀ ਚਾਹਾਂਗੇ ਕਿ ਜੇ ਵਿਧਾਨ ਪ੍ਰੀਸ਼ਦ ਬਹਾਲ ਹੋ ਜਾਂਦੀ ਹੈ ਤਾਂ ਉਸ ਦਾ ਕੀ ਅਸਰ ਦੇਖਣ ਨੂੰ ਮਿਲੇਗਾ? ਕੀ ਉਸ ਕਰਕੇ ਕੋਈ ਕਾਨੂੰਨ ਹੈ ਉਹ ਹੋਰ ਮਜ਼ਬੂਤ ਬਣ ਸਕਦੇ ਆ, ਕੋਈ ਵਧੀਆ ਬਣ ਸਕਦੇ ਆ, ਜਾਂ ਉਸ ਦਾ ਕੀ ਅਸਰ ਜਿਹੜਾ ਹੈਗਾ ਸਾਨੂੰ ਅਸਲ 'ਚ ਦੇਖਣ ਨੂੰ ਮਿਲੇਗਾ? ਦੇਖੋ, ਇਹਦੇ ਲਈ ਅਸੀਂ ਇੱਕ ਗੱਲ ਆਤਿਸ਼ ਦੇਖ ਸਕਦੇ ਹਾਂ ਜੀ। ਇਸ ਵੇਲੇ ਦੇਸ਼ ਦੇ 5-6 ਸੂਬਿਆਂ ਦੇ ਵਿੱਚ ਜਿਹੜੀ ਵਿਧਾਨ ਪ੍ਰੀਸ਼ਦ ਬਣੀ ਹੋਈ ਹੈ ਜੀ, ਜਿਹਦੇ ਵਿੱਚ ਆਂਧਰਾ ਪ੍ਰਦੇਸ਼ ਆ ਜਾਂਦਾ ਹੈਗਾ, ਯੂਪੀ ਆ ਜਾਂਦਾ ਹੈ, ਤੇਲੰਗਾਨਾ ਆ ਜਾਂਦਾ ਹੈਗਾ, ਇਸ ਤਰ੍ਹਾਂ ਹੀ ਕਰਨਾਟਕਾ ਆ ਜਾਂਦਾ ਹੈ, ਮਹਾਰਾਸ਼ਟਰ ਆ ਜਾਂਦਾ ਹੈਗਾ ਜੀ। ਔਰ ਜੇ ਗੱਲ ਸਿਰੇ ਲੱਗਦੀ ਤਾਂ ਸਾਡਾ 7ਵਾਂ ਸੂਬਾ ਹੋਏਗਾ ਜਿੱਥੇ ਵਿਧਾਨ ਪ੍ਰੀਸ਼ਦ ਮੌਜੂਦ ਹੋਏਗੀ। ਜੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਸੂਬਿਆਂ ਦੇ ਵਿੱਚ ਵਿਧਾਨ ਪ੍ਰੀਸ਼ਦ ਬਣੀ ਹੋਈ ਹੈ, ਜੀ, ਜਿਨ੍ਹਾਂ ਦੇ ਆਪਾਂ ਨਾਂ ਲਏ ਨੇ, ਕੀ ਉਹਨਾਂ ਸੂਬਿਆਂ ਦੇ ਵਿੱਚ ਜਿਹੜੇ ਕਾਨੂੰਨ ਬਣ ਰਹੇ ਨੇ ਕਿ ਉਹ ਬਾਕੀ ਹਿੰਦੁਸਤਾਨ ਨਾਲੋਂ ਬਿਹਤਰ ਬਣ ਰਹੇ ਨੇ ਬਾਕੀ ਸੂਬਿਆਂ ਨਾਲੋਂ? ਇਹ ਸਭ ਤੋਂ ਵੱਡਾ ਬਿਲਕੁਲ ਸਵਾਲ ਖੜਾ ਹੁੰਦਾ। ਇਹ ਅਸੀਂ ਕੰਪੈਰੀਜ਼ਨ ਕਰ ਸਕਦੇ ਹਾਂ। ਜੇ ਦੂਸਰੇ ਸੂਬਿਆਂ 'ਚ ਵਿਧਾਨ ਪ੍ਰੀਸ਼ਦ ਮੌਜੂਦ ਨਹੀਂ ਹੈ, ਇਹਦਾ ਮਤਲਬ ਹੈ ਕਿ ਇੱਥੇ ਕੋਈ ਬਿਹਤਰ ਕਾਨੂੰਨ ਨਹੀਂ ਬਣ ਰਹੇ। ਜੀ। ਇਹ ਕੰਪੈਰੀਜ਼ਨ ਸਾਨੂੰ ਦੇਖਣਾ ਪਏਗਾ, ਫਿਰ ਹੀ ਅਸੀਂ ਕਹਿ ਸਕਦੇ ਹਾਂ ਕਿ ਇਹ ਬੈਸਟ ਰਿਜ਼ਲਟ ਹੈ ਜਿਹੜੇ ਇਸ ਤੋਂ ਲਏ ਜਾ ਸਕਦੇ ਨੇ। ਪਰ ਇਹ ਮੈਨੂੰ ਨਹੀਂ ਲੱਗਦਾ ਕਿ ਕੋਈ ਰਾਜ ਸਭਾ ਦੀ ਐਗਜ਼ਾਮਪਲ ਵੀ ਸਾਡੇ ਕੋਲ ਹੈਗੀ ਹੈ। ਬਿਲਕੁਲ। ਨਾਰਮਲੀ ਆਤਿਸ਼ ਇਹ ਮੰਨਿਆ ਜਾਂਦਾ ਹੈਗਾ ਕਿ ਜਿਹੜੀ ਲੋਕ ਚੋਣਾਂ ਹਾਰ ਜਾਂਦੇ ਨੇ, ਚੋਣਾਂ ਹਾਰਨ ਤੋਂ ਬਾਅਦ ਉਹਨਾਂ ਨੂੰ ਇੱਕ ਤਰ੍ਹਾਂ ਦੇ ਐਡਜਸਟਮੈਂਟ ਕਰਨ ਦੇ ਲਈ ਇਹ ਵਿਧਾਨ ਪ੍ਰੀਸ਼ਦ ਜਿਹੜਾ ਅਪਰ ਹਾਊਸ ਹੈ ਉਹਨੂੰ ਰਾਖਵਾਂ ਕੀਤਾ ਜਾਂਦਾ ਇੱਕ ਤਰੀਕੇ ਨਾਲ। ਜੀ। ਕਿਉਂਕਿ ਜਿੰਨੇ ਵੀ ਆਪਾਂ ਦੇਖਦੇ ਹਾਂ ਪੰਜਾਬ ਦੇ ਵਿੱਚੋਂ ਮੁੱਖ ਮੰਤਰੀ ਖੁਦ ਕਹਿੰਦੇ ਰਹੇ ਨੇ ਕਿ ਜੇ ਅਕਾਲੀ ਦਲ ਦਾ ਜੀ ਫਲਾਨਾ ਜਿਹੜਾ ਲੀਡਰ ਸੀ ਉਹ ਲੋਕ ਸਭਾ ਦੀ ਚੋਣ ਹਾਰ ਗਿਆ, ਉਹਨੂੰ ਰਾਜ ਸਭਾ 'ਚ ਭੇਜਤਾ, ਫਲਾਨਾ ਹਾਰ ਗਿਆ ਉਹਨੂੰ ਰਾਜ ਸਭਾ ਦੇ ਵਿੱਚ ਭੇਜਤਾ। ਮੇਰੀ ਯਾਦ ਹੈ ਕਿ ਜਿਸ ਟਾਈਮ ਬੇਅੰਤ ਸਿੰਘ ਦੀ ਸਰਕਾਰ ਸੀ ਉਸ ਟਾਈਮ ਇਹਦੇ ਲਈ ਐਫਰਟਸ ਹੋਈ ਸੀਗੀ ਕਿ ਵਿਧਾਨ ਪ੍ਰੀਸ਼ਦ ਰਿਵਾਈਵ ਕੀਤੀ ਜਾਵੇ। ਉਸ ਟਾਈਮ ਪ੍ਰੈਕਟੀਕਲ ਗੱਲ ਇਹ ਸੀ ਕਿ ਬਹੁਤ ਸਾਰੇ ਲੋਕ ਸੀ ਜੀ ਉਹਨਾਂ ਦੀ ਪਾਰਟੀ ਦੇ ਜਿਹੜੇ ਚੋਣਾਂ ਕੁਝ ਹਾਰ ਵੀ ਚੁੱਕੇ ਸੀ ਜਾਂ ਹੋਰ ਇੱਕ ਲੰਬੀ ਕਤਾਰ ਸੀ ਉਹਨਾਂ ਦੀ, ਉਹ ਚਾਹੁੰਦੇ ਸੀ ਕਿ ਸਾਨੂੰ ਕੋਈ ਪੋਲੀਟੀਕਲ ਹੈਸੀਅਤ ਵਾਲਾ ਜਿਹੜਾ ਅਹੁਦਾ ਉਹ ਦਿੱਤਾ ਜਾਵੇ। ਤਾਂ ਉਸ ਟਾਈਮ ਦੇ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਨੇ ਜ਼ਰੂਰ ਸੋਚਿਆ ਹੋਵੇਗਾ ਕਿ ਚਲੋ ਇਹਨਾਂ ਤੋਂ ਖਹਿੜਾ ਛਡਾਉਣ ਦੇ ਲਈ ਜਿਨ੍ਹਾਂ ਦੀਆਂ ਇਸ ਤਰ੍ਹਾਂ ਦੀ ਸਿਆਸੀ ਲਾਲਸਾਵਾਂ ਨੇ ਜਾਂ ਇਹਨਾਂ ਲੋਕਾਂ ਨੂੰ ਆਪਣੇ ਨਾਲ ਇੱਕ ਬੰਨ੍ਹ ਕੇ ਰੱਖਣ ਦੇ ਲਈ ਤਾਂ ਉਹ ਇੱਕ ਲੋਲੀਪੌਪ ਦੇ ਦਿੰਦੇ ਕਿ ਚਲੋ ਜੀ ਆਪਾਂ ਇਦਾਂ ਕਰਦੇ ਹਾਂ ਕਿ ਆਪਾਂ ਹੁਣ ਇੱਕ ਆਉਣ ਵਾਲੇ ਸੈਸ਼ਨ 'ਚ ਮਤਾ ਪਾ ਦੇਣਾ, ਵਿਧਾਨ ਪ੍ਰੀਸ਼ਦ ਜਿਹੜੀ ਰਿਵਾਈਵ ਹੋਏਗੀ ਔਰ ਉਹਦੇ ਵਿੱਚ ਤੁਹਾਨੂੰ ਜਿਹੜਾ ਐਡਜਸਟ ਕਰ ਦਿੱਤਾ ਜਾਏਗਾ। ਜਿਹੜੀ ਤੁਸੀਂ ਨਫੇ ਨੁਕਸਾਨ ਵਾਲੀ ਕਰਦੇ ਆ, ਜਿਸ ਟਾਈਮ ਦੇਖੋ ਇਹ ਜਦੋਂ ਆਤਿਸ਼ ਸੰਸਥਾਵਾਂ ਬਣਦੀਆਂ ਨੇ, ਜਦੋਂ ਸਾਡੇ ਸ਼ੁਰੂ ਦੇ ਵਿੱਚ ਇਹਦੇ ਮੈਂਬਰ ਜਿਵੇਂ ਕਿਹਾ ਜਾਂਦਾ ਕਿ 51 ਮੈਂਬਰ ਹੁੰਦੇ ਸੀ, ਫਿਰ ਹੁਣ ਇਹਨਾਂ ਦੀ ਗਿਣਤੀ ਹੈ ਜਿਹੜੀ ਪੰਜਾਬੀ ਸੂਬਾ ਬਣਨ ਤੋਂ ਬਾਅਦ 40 ਕਰਤੀ। 1952 ਤੋਂ ਲੈ ਕੇ ਵਿਧਾਨ ਪ੍ਰੀਸ਼ਦ ਸਾਡੇ ਮੌਜੂਦ ਸੀ, ਬਹੁਤ ਸਾਰੀਆਂ ਸਟੇਟਾਂ 'ਚ ਵਿਧਾਨ ਪ੍ਰੀਸ਼ਦ ਮੌਜੂਦ ਸੀ। ਅਗਰ ਵਿਧਾਨ ਪ੍ਰੀਸ਼ਦ ਦੇ ਰਿਜ਼ਲਟ ਅੱਛੇ ਸੀ ਤਾਂ ਇਹਨਾਂ ਨੂੰ ਭੰਗ ਕਰਨ ਦੀ ਕਿਉਂ ਲੋੜ ਪਈ? ਜੀ ਬਿਲਕੁਲ। ਜਿਵੇਂ ਸਾਡੇ ਜਸਟਿਸ ਗੁਰਨਾਮ ਸਿੰਘ ਦੀ ਜਿਸ ਟਾਈਮ ਸਰਕਾਰ ਸੀ ਪੰਜਾਬ ਦੇ ਵਿੱਚ, ਉਦੋਂ ਅਪਰ ਹਾਊਸ ਦੇ ਵਿੱਚ ਜਿਹੜੀ ਕਾਂਗਰਸ ਦੀ ਇੱਕ ਤਰ੍ਹਾਂ ਦੀ ਮੈਜੋਰਿਟੀ ਸੀ, ਕਿਉਂਕਿ ਇਹਦੀ ਵੀ ਰਾਜ ਸਭਾ ਦੇ ਮੈਂਬਰਾਂ ਵਾਂਗੂ 6 ਸਾਲ ਦੀ ਟਰਮ ਹੁੰਦੀ ਹੈ। ਤੇ ਉਦੋਂ ਇਹ ਇੱਕ ਮੈਨੂੰ ਲੱਗਦਾ 1970 ਦੇ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਜਿਹੜੀ ਇਸ ਨੂੰ ਭੰਗ ਕੀਤਾ ਗਿਆ ਸੀ। ਉਦੋਂ ਇਹ ਕਿਹਾ ਕਿ ਇਹ ਤਾਂ ਵਾਈਟ ਐਲੀਫੈਂਟ ਹੈਗਾ, ਕਿ ਇਹਦਾ ਕੋਈ ਫਾਇਦਾ ਨਹੀਂ, ਬੇਲੋੜਾ ਖਰਚੇ ਦਾ ਘਰ ਹੈਗਾ। ਪਰ ਜਦੋਂ ਸ਼ੁਰੂਆਤ ਹੁੰਦੀ ਹੈ ਵਿਧਾਨ ਪ੍ਰੀਸ਼ਦ ਦੀ, ਉਦੋਂ ਬਹੁਤ ਸਾਰੇ ਚੰਗੇ ਚਿਹਰੇ ਇਹਦੇ ਵਿੱਚ ਆਉਂਦੇ ਨੇ, ਹੌਲੀ ਹੌਲੀ ਵਿਗਾੜ ਸ਼ੁਰੂ ਹੋਇਆ ਹੈਗਾ। ਉਸ ਟਾਈਮ ਤਾਂ ਇਹ ਤੁਹਾਡਾ ਨਜ਼ਰੀਆ ਵੀ ਨਹੀਂ ਹੋਣਾ ਬਿਲਕੁਲ ਕਿ ਅਸੀਂ ਆਪਣੀ ਪਾਰਟੀ ਦੇ ਲੋਕਾਂ ਨੂੰ ਜਾਂ ਰੁੱਸੇ ਹੋਏ ਲੋਕਾਂ ਨੂੰ ਮਨਾਉਣ ਦੇ ਲਈ ਜਾਂ ਲੋਕਾਂ ਨੂੰ ਖੁਸ਼ ਕਰਨ ਦੇ ਲਈ ਜਾਂ ਅਸੀਂ ਜਿਹੜੇ ਹਾਰੇ ਹੋਏ ਲੋਕ ਉਹਨਾਂ ਨੂੰ ਨਵਾਜ਼ਣ ਦੇ ਲਈ ਵਿਧਾਨ ਪ੍ਰੀਸ਼ਦ ਦੇ ਵਿੱਚ ਭੇਜਣਾ ਹੈਗਾ। ਇਹ ਤਾਂ ਮਗਰੋਂ ਵਿਗਾੜ ਪੈਦਾ ਹੋਏ ਨੇ। ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਸਾਰੇ ਚੰਗੇ, ਜਿਸ ਤਰ੍ਹਾਂ ਇਹ ਕਿਹਾ ਜਾਂਦਾ ਕਿ ਵਿਧਾਨ ਪ੍ਰੀਸ਼ਦ ਦੇ ਵਿੱਚ ਜਾਣਗੇ ਕੌਣ, ਜਿਹੜੇ ਚੰਗੇ ਐਜੂਕੇਸ਼ਨਿਸਟ ਹੋਣਗੇ ਜਾਂ ਸਾਇੰਸ ਨਾਲ ਤਾਲੁਕ ਰੱਖਦੇ ਹੋਣਗੇ, ਕੋਈ ਚੰਗਾ ਜਰਨਲਿਸਟ ਹੋਏਗਾ, ਅਲੱਗ-ਅਲੱਗ ਪ੍ਰੋਮੀਨੈਂਟ ਹਸਤੀਆਂ ਜਿਹਦੇ ਵਿੱਚ ਵਿਧਾਨ ਸਭਾ ਵੀ ਜਿਹਦੇ ਵਿੱਚ ਨੋਮੀਨੇਟ ਕਰੇਗੀ ਔਰ ਰਾਜਪਾਲ ਵੀ ਨੋਮੀਨੇਟ ਕਰੇਗਾ। ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਦੇਖਦੇ ਹਾਂ ਤੇਜਾ ਸਿੰਘ ਸੁਤੰਤਰ ਵਰਗੇ, ਸਰਦਾਰ ਉਜਲ ਸਿੰਘ ਵਰਗੇ, ਭਾਈ ਵੀਰ ਸਿੰਘ, ਭਾਈ ਜੋਧ ਸਿੰਘ, ਕਿੰਨੀਆਂ ਨਾਮੀ ਪ੍ਰੋਮੀਨੈਂਟ ਹਸਤੀਆਂ ਸੀ ਜਿਨ੍ਹਾਂ ਦੀ ਸਮਾਜ ਨੂੰ ਕੋਈ ਕੰਟਰੀਬਿਊਸ਼ਨ ਸੀ, ਕੋਈ ਦੇਣ ਸੀ। ਉਹਨਾਂ ਲੋਕਾਂ ਨੂੰ ਇਹ ਸਦਨ ਦੇ ਵਿੱਚ ਜਿਹੜਾ ਬਿਠਾਇਆ ਜਾਂਦਾ ਸੀ। ਹੌਲੀ ਹੌਲੀ ਜਦੋਂ ਲੱਗਿਆ ਕਿ ਟੋਟਲੀ ਇਹਦਾ ਰਾਜਸੀਕਰਨ ਹੋ ਗਿਆ ਇੱਕ ਤਰੀਕੇ ਨਾਲ, ਕਿ ਜਿਹੜੀ ਪਾਰਟੀ ਸੱਤਾ 'ਚ ਹੁੰਦੀ ਹੈ ਔਰ ਇਹਦਾ ਕੋਈ ਫਰੂਟਫੁੱਲ ਰਿਜ਼ਲਟ ਹੈ ਜਿਹੜਾ ਸਾਹਮਣੇ ਨਹੀਂ ਆ ਰਿਹਾ, ਹੁੰਦਾ ਤਾਂ ਇਹ ਹੈ ਕਿ ਜਿਹੜੇ ਵਿਧਾਨ ਸਭਾ 'ਚ ਕਾਨੂੰਨ ਬਣਨੇ ਨੇ ਕਿ ਉਹਨਾਂ ਨੂੰ ਘੋਖਣਾ ਹੈਗਾ
ਪਰ ਇਹਨਾਂ ਕੋਲੇ ਪਾਵਰ ਉਸ ਤਰ੍ਹਾਂ ਦੀ ਨਹੀਂ ਹੁੰਦੀ ਹੈ ਇੰਨੀ, ਤੇ ਇਸ ਕਰਕੇ ਇਹਨੂੰ ਕਹਿ ਦਿੱਤਾ ਜਾਂਦਾ ਹੈ ਕਿ ਇਹ ਤਾਂ ਜੀ ਬੇਲੋੜਾ ਖਰਚਾ ਜਿਹੜਾ ਸਟੇਟ ਤੇ ਪਏਗਾ। ਹੁਣ ਉਹਨਾਂ ਸਮਿਆਂ 'ਚ ਜਦੋਂ ਇਸ ਨੂੰ ਭੰਗ ਕੀਤਾ ਸੀ 8 ਲੱਖ ਰੁਪਇਆ ਸਾਲਾਨਾ ਜਿਹੜਾ ਖਰਚਾ ਜਿਹੜਾ ਉਹ ਵਿਧਾਨ ਪਰਿਸ਼ਦ ਦਾ ਪੈਂਦਾ ਸੀ। ਹੁਣ ਜਦੋਂ ਮੌਜੂਦਾ ਦੌਰ ਦੇ ਵਿੱਚ ਜੇ ਕਿਤੇ ਆਉਣ ਵਾਲੇ ਟਾਈਮ 'ਚ ਬਹਾਲ ਹੋ ਵੀ ਜਾਂਦੀ ਹੈ ਤਾਂ ਇਹਦਾ ਆਤਿਸ਼ ਖਰਚਾ ਹੈ ਜਿਹੜਾ 40 ਮੈਂਬਰ ਹੋਣਗੇ ਇਹਦੇ ਵਿਧਾਨ ਪਰਿਸ਼ਦ ਦੇ, 4 ਕਰੋੜ 80 ਲੱਖ ਰੁਪਇਆ ਸਾਲਾਨਾ ਇਹਦਾ ਜਿਹੜਾ ਬਜਟ ਹੈ ਉਹ ਬਣ ਜਾਣਾ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਪਿੱਛੇ, ਜੇ ਤੁਹਾਡੇ ਯਾਦ ਹੈ, ਜੋ ਸਟਾਰਟਿੰਗ 'ਚ ਸਰਕਾਰ ਇਹ ਬਣੀ ਹੈ ਤਾਂ ਇਹਨਾਂ ਨੇ ਕਿਹਾ ਸੀ ਕਿ ਇੱਕ ਵਿਧਾਇਕ ਇੱਕ ਪੈਨਸ਼ਨ। ਬਿਲਕੁਲ। ਇਹ ਕਹਿੰਦੇ ਸੀ ਕਿ ਇੱਕ ਵਿਧਾਇਕ ਹੈ ਜਿਹੜਾ ਉਹ ਕਈ ਪੈਨਸ਼ਨਾਂ ਲੈਂਦਾ, 4-4 5-5, ਇਸ ਕਰਕੇ ਖਜ਼ਾਨੇ ਤੇ ਬੋਝ ਪੈਂਦਾ ਹੈ। ਇੱਕ ਵਿਧਾਇਕ ਨੂੰ ਇੱਕ ਵਾਰੀ ਪੈਨਸ਼ਨ ਮਿਲੇਗੀ, ਚਾਹੇ ਉਹ 10 ਵਾਰੀ ਜਿੱਤਿਆ ਚਾਹੇ ਉਹ 5 ਵਾਰੀ ਜਿੱਤਿਆ। ਜੇ ਇੱਕ ਪਾਸੇ ਅਸੀਂ ਪੰਜਾਬ ਸਰਕਾਰ ਇਹ ਗੱਲ ਕਰ ਰਹੀ ਹੈ ਤਾਂ ਦੂਸਰੇ ਪਾਸੇ ਨਾਲ ਦੀ ਨਾਲ ਤੁਸੀਂ ਵਿਧਾਨ ਪਰਿਸ਼ਦ ਨੂੰ ਰਿਵਾਈਵ ਕਰਨ ਦੀ ਗੱਲ ਕਰ ਰਹੇ ਹੋ। ਹਾਲਾਂਕਿ ਜਿਸ ਤਰ੍ਹਾਂ ਦੀਆਂ ਪਹਿਲਾਂ ਪੋਲੀਟੀਕਲ ਕੰਪਲਸ਼ਨਸ ਸੀਗੀਆਂ ਲੋਕਾਂ ਦੀਆਂ, ਉਹ ਇਹ ਸਰਕਾਰ ਮੂਹਰੇ ਤਾਂ ਹੈ ਨਹੀਂ। ਬਿਲਕੁਲ। ਕਿਉਂਕਿ ਇਹਨਾਂ ਕੋਲ ਕੇ 92 ਜਿਹੜੇ ਆਪਣੇ ਮੈਸਰ ਮੈਜੋਰਟੀ ਹੈਗੀ ਹੈ। ਪਹਿਲਾਂ ਤਾਂ ਇਹ ਹੁੰਦਾ ਸੀ ਕਿ ਕੁਝ ਨਾਰਾਜ਼ ਲੋਕ ਹੁੰਦੇ ਸੀ, ਜਿਹੜੇ ਐਮਐਲਏ ਦਾ ਕੋਈ ਦਾ ਨਹੀਂ ਲੱਗਿਆ ਕਿ ਮੰਤਰੀ ਨਹੀਂ ਬਣ ਸਕੇ, ਉਹ ਰੁੱਸ ਜਾਂਦੇ ਸੀ। ਇਹ ਹੁੰਦਾ ਸੀ ਕਿ ਰਿਜ਼ੈਂਟਮੈਂਟ 'ਚ ਕੋਈ ਪਾਰਟੀ 'ਚ ਕੋਈ ਬਗਾਵਤ ਨਾ ਹੋ ਜੇ ਕਿਸੇ ਕਿਸਮ ਦੀ, ਪਰ ਇਹਨਾਂ ਕੋਲ ਤਾਂ ਇਸ ਕਿਸਮ ਦਾ ਮਾਹੌਲ ਵੀ ਨਹੀਂ, ਤੇ ਨਾ ਹੀ ਇਹਨਾਂ ਕੋਲ ਹਜੇ ਦਿੱਕਤ ਹੈ। ਇਹਨਾਂ ਨੇ ਤਾਂ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਪੂਰੇ ਨਹੀਂ ਲਾਏ। ਬਿਲਕੁਲ। ਜਿਹੜੇ ਚੇਅਰਮੈਨ ਅਨਾਉਂਸ ਕੀਤੇ ਉਹਨਾਂ ਦੇ ਨੋਟੀਫਿਕੇਸ਼ਨ ਨਹੀਂ ਹੋਏ। ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਵੀ ਘੁੰਮ ਰਹੀ ਸੀ ਇਦਾਂ ਦੀ। ਸੋ ਇਹਨਾਂ ਨੂੰ ਇਦਾਂ ਦੀ ਵੀ ਦਿੱਕਤ ਹੈ ਨਹੀਂ ਕਿ ਇਹਨਾਂ ਤੇ ਬਹੁਤ ਸਾਰੇ ਅਰਥ ਇਸ ਚੀਜ਼ ਦੇ ਵਿਧਾਨ ਪਰਿਸ਼ਦ ਨੂੰ ਰਿਵਾਈਵ ਕਰਨ ਨੂੰ ਲੈ ਕੇ ਕੱਢੇ ਜਾ ਰਹੇ ਨੇ। ਪਰ ਦੂਜੇ ਪਾਸੇ ਸਰਕਾਰਾਂ ਦਾ ਇਹ ਵੀ ਤਰਕ ਹੁੰਦਾ ਹੈ ਕਿ ਜੇ ਜਿਹੜੇ ਵਿਦਵਾਨ ਲੋਕ ਹੈ, ਚੰਗੇ ਲੋਕ ਹੈ, ਉਹ ਚੋਣਾਂ ਲੜਨ ਤੋਂ ਗਰੇਜ਼ ਕਰਦੇ ਨੇ। ਇਸ ਕਰਕੇ ਵਿਧਾਨ ਪਰਿਸ਼ਦ ਦੇ ਇੱਕ ਅਪਰ ਹਾਊਸ ਬਣਾਇਆ ਗਿਆ ਤਾਂ ਕਿ ਉਹਨਾਂ ਨੂੰ ਇੱਥੇ ਜਗ੍ਹਾ ਦਿੱਤੀ ਜਾ ਸਕੇ ਕਿ ਚੰਗੇ ਜਿਹੜੇ ਅਕਲਮੰਦ ਲੋਕ ਹੈ। ਨਾਲ ਉਹ ਇਹ ਵੀ ਕਹਿੰਦੇ ਕਿ ਤੁਸੀਂ ਖਜ਼ਾਨੇ ਤੇ ਬੋਝ ਕਹਿੰਦੇ ਹੋ, ਜੇ ਅਕਲਮੰਦ ਲੋਕਾਂ ਤੇ, ਚੰਗੀ ਗੱਲ ਕਰਨ ਵਾਲੇ ਲੋਕਾਂ ਤੇ ਖਰਚ ਵੀ ਹੋ ਜਾਂਦਾ ਹੈ ਫਿਰ ਵੀ ਕੋਈ ਮਾੜਾ ਸੌਦਾ ਨਹੀਂ ਹੈਗਾ। ਪਰ ਚਰਨਜੀਤ ਜੀ, ਇੱਕ ਸਵਾਲ ਉੱਠਦਾ ਹੈ ਵੀ ਕਿ ਰਾਜ ਸਭਾ ਵੀ ਇਸੇ ਲਈ ਬਣਾਈ ਸੀ ਜਿੱਥੇ ਵੱਖ-ਵੱਖ ਖੇਤਰ ਦੀਆਂ ਹਸਤੀਆਂ ਨੂੰ ਭੇਜਿਆ ਜਾਂਦਾ ਸੀਗਾ, ਪਰ ਉਹ ਵੀ ਅੱਜ ਉਹਦਾ ਸਿਆਸੀਕਰਨ ਹੋ ਚੁੱਕਾ ਹੈ। ਸਿਆਸੀ ਪਾਰਟੀਆਂ ਦੇ ਆਗੂ ਹਾਰੇ ਹੋਏ ਆਗੂਆਂ ਨੂੰ ਭੇਜ ਰਹੇ ਨੇ ਜਾਂ ਆਪਣੇ ਪਾਰਟੀ ਦੇ ਆਗੂਆਂ ਨੂੰ ਹੀ ਖੁਸ਼ ਕਰਨ ਲਈ ਉੱਥੇ ਭੇਜ ਰਹੇ ਨੇ। ਤੁਹਾਨੂੰ ਇਹ ਨਹੀਂ ਲੱਗਦਾ ਵੀ ਕਿ ਵਿਧਾਨ ਪਰਿਸ਼ਦ ਦੇ ਵਿੱਚ ਵੀ ਇਹੀ ਚੀਜ਼ ਦੇਖਣ ਨੂੰ ਮਿਲ ਸਕਦੀ ਹੈ? ਇਹੀ ਚੀਜ਼ ਦਾ ਆਪਾਂ ਗੱਲ ਕਰ ਰਹੇ ਕਿ ਇਹੀ ਚੀਜ਼ ਤਾਂ ਦੁਹਰਾਈ ਜਾਣੀ ਹੈ। ਰਾਜ ਸਭਾ ਦੇ ਬਹੁਤ ਸਾਰੇ ਮੈਂਬਰ ਇਹੋ ਜਿਹੇ ਨੇ ਕਿ ਜਿਨ੍ਹਾਂ ਨੇ ਅੱਜ ਤੱਕ, ਕਾਂਗਰਸ ਦੇ ਵਿੱਚ ਵੀ ਹੈਗੇ ਨੇ, ਕਿ ਅੱਜ ਤੱਕ ਉਹਨਾਂ ਨੇ ਲੋਕਾਂ ਨੂੰ ਫੇਸ ਨਹੀਂ ਕੀਤਾ। ਲੋਕ ਸਭਾ ਦੇ ਵਿੱਚ ਇੱਕ ਵੀ ਚੋਣ ਨਹੀਂ ਲੜੇ ਉਹ, ਤੇ ਉੱਥੇ ਜਾ ਕੇ ਉਹ ਰਾਜ ਸਭਾ 'ਚ ਬਹਿ ਕੇ ਉਹ ਮੰਤਰੀ ਵੀ ਬਣਦੇ ਰਹੇ ਨੇ, ਹੈਨਾ। ਹਾਲਾਂਕਿ ਬਹੁਤ ਚੰਗੇ ਚਿਹਰੇ ਵੀ ਹੈਗੇ ਨੇ। ਨਤੀਸ਼ ਕੁਮਾਰ ਵੀ ਉੱਥੋਂ ਦੀ ਜਿਹੜੀ ਵਿਧਾਨ ਪਰਿਸ਼ਦ ਉਹਦੇ ਵਿੱਚੋਂ ਆਉਂਦਾ ਹੈਗਾ। ਆਪਣੇ ਬਲਵੰਤ ਸਿੰਘ ਰਾਮੂਵਾਲੀਆ, ਤੁਹਾਡੇ ਯਾਦ ਹੋਊਗਾ ਜਦੋਂ ਅਖਿਲੇਸ਼ ਯਾਦਵ ਦੀ ਸਰਕਾਰ ਸੀ ਯੂਪੀ 'ਚ, ਤਾਂ ਇਹਨਾਂ ਨੂੰ ਵੀ ਤਾਂ ਉੱਥੋਂ ਦੀ ਵਿਧਾਨ ਪਰਿਸ਼ਦ ਦਾ ਮੈਂਬਰ ਬਣਾ ਕੇ ਇਹਨਾਂ ਨੂੰ ਮਿਨਿਸਟਰ ਬਣਾਇਆ ਗਿਆ ਸੀਗਾ। ਬਿਲਕੁਲ। ਸੋ ਇੱਕ ਇਹ ਚੋਰ ਮੋਰੀ ਹੈ ਜਿਹਦੇ ਜ਼ਰੀਏ ਤੁਸੀਂ ਆਪਣੇ ਬੰਦਿਆਂ ਨੂੰ ਨਵਾਜ਼ ਸਕਦੇ ਹੋ, ਉਹਨਾਂ ਨੂੰ ਇੱਕ ਕੁਰਸੀ ਦੇ ਸਕਦੇ ਹੋ ਤੇ ਉੱਤੇ ਬਿਠਾ ਸਕਦੇ ਹੋ। ਹੁਣ ਜੋ ਪੰਜਾਬ ਵਿਧਾਨ ਸਭਾ ਪਰਿਸ਼ਦ ਦੀ ਗੱਲ ਚੱਲਦੀ ਹੈ ਤਾਂ ਕਈ ਸਰਕਲਾਂ ਦੇ ਵਿੱਚ ਅੱਜ ਇਹ ਗੱਲ ਘੁੰਮ ਰਹੀ ਸੀ ਕਿ ਹੋ ਸਕਦਾ ਹੈ ਕੋਈ ਦਿੱਲੀ ਦੇ ਬੰਦੇ ਕੁਛ ਆ ਕੇ ਬਾਇਆ ਮੀਡੀਆ ਕੇ ਇੱਥੇ ਆ ਕੇ ਬੈਠ ਜਾਣ। ਇਸ ਤਰ੍ਹਾਂ ਦੇ ਵੀ ਚਰਚੇ ਹੈਗੇ ਨੇ। ਚਰਨਜੀਤ ਜੀ, ਇਹ ਤਾਂ ਗੱਲ ਸੀ ਵਿਧਾਨ ਪਰਿਸ਼ਦ ਦੀ, ਪਰ ਇਸ ਦੇ ਨਾਲ ਹੀ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਹੀ ਜਿਹੜਾ ਹੈਗਾ ਲਗਾਤਾਰ ਜਿਹੜਾ ਪਟਵਾਰੀਆਂ ਤੇ ਸਰਕਾਰ ਦੇ ਵਿਚਕਾਰ ਇੱਕ ਟਕਰਾਅ ਦੇਖਣ ਨੂੰ ਮਿਲ ਰਿਹਾ। ਪਟਵਾਰੀਆਂ ਨੇ ਹੜਤਾਲ ਦਾ ਵੀ ਅਨਾਉਂਸ ਕੀਤਾ, ਉਸ ਵਾਰ ਸਰਕਾਰ ਨੇ ਵੀ ਤਲਖੀ ਦਿਖਾਈ ਹੈ, ਪਰ ਇਸ ਤੋਂ ਬਾਅਦ ਜਿਹੜਾ ਹੈਗਾ ਇਸ ਮਾਮਲੇ 'ਚ ਵਿਜੀਲੈਂਸ ਬਹੁਤ ਸਰਗਰਮ ਹੋ ਗਈ ਹੈ ਕਿਉਂਕਿ ਉਸਨੇ ਇੱਕ ਪਟਵਾਰੀ ਨੂੰ ਜਿਹੜਾ ਭਾਰੀ ਉਹਦੀ ਸੰਪत्ति ਦੇ ਨਾਲ ਜਿਹੜਾ ਹੈਗਾ ਕਹਿ ਦਿਓ ਬਰਾਮਦ ਕੀਤੀ ਹੈ ਵੀ ਕਿ ਉਹਦੇ ਕੋਲ ਬਹੁਤ ਜ਼ਿਆਦਾ ਸੰਪत्ति ਹੈ ਲੋੜ ਨਾਲੋਂ। ਤਾਂ ਉਸ ਤੋਂ ਬਾਅਦ ਹੋਰਨਾਂ ਪਟਵਾਰੀਆਂ ਦੀ ਕਹਿ ਲਓ ਜਾਂ ਹੋਰਨਾਂ ਅਧਿਕਾਰੀਆਂ ਦੀ ਵੀ ਜਿਹੜੀ ਜਾਂਚ ਹੈ ਵਿਜੀਲੈਂਸ ਨੇ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਵੀ ਸਾਡੇ ਦਰਸ਼ਕਾਂ ਨਾਲ ਜ਼ਰੂਰ ਚਾਨਣਾ ਪਾਓ। ਦੇਖੋ, ਵਿਜੀਲੈਂਸ ਤੇ ਪਟਵਾਰੀ ਹੈ ਜਿਹੜਾ, ਇਹਨਾਂ ਦਾ ਜਿਹੜਾ ਦੋਹਾਂ ਧਿਰਾਂ ਦਾ ਨਾਤਾ ਹੈ ਉਹ ਬੜਾ ਪੁਰਾਣਾ ਹੈਗਾ। ਮੈਂ ਤਾਂ ਜਦੋਂ ਦਾ ਜਰਨਲਿਜ਼ਮ ਦੇ ਵਿੱਚ ਆਇਆ ਉਸ ਤੋਂ ਪਹਿਲਾਂ ਵੀ ਇਹ ਦੇਖਦਾ ਆ ਰਿਹਾ ਕਿ ਰੈੱਡ ਹੈਂਡਡ ਹਰ ਵਰੇ ਪਟਵਾਰੀ ਹੈ ਜਿਹੜੇ ਉਹ ਫੜੇ ਜਾਂਦੇ ਨੇ। ਇਹਦੇ ਬਾਵਜੂਦ ਕਰਪਸ਼ਨ ਕਦੇ ਘਟੀ ਨਹੀਂ। ਬਿਲਕੁਲ। ਪਟਵਾਰੀਆਂ ਦਾ ਫੜਨਾ ਜਾਰੀ ਰਹਿੰਦਾ ਹੈ। ਜਦੋਂ ਵੀ ਪ੍ਰੈਸ਼ਰ ਪੈਂਦਾ ਹੈ ਵਿਜੀਲੈਂਸ ਤੇ ਕਿ ਜੀ ਤੁਸੀਂ, ਤੁਹਾਡੀ ਪਰਫਾਰਮੈਂਸ ਨਹੀਂ, ਤਾਂ ਜਦੋਂ ਜੀ ਚਾਹਣ ਪਟਵਾਰੀ ਨੂੰ ਫੜ ਲੈਂਦੇ ਨੇ। ਹੁਣ ਨਵੀਂ ਸਰਕਾਰ ਨੇ ਵੀ ਪਿਛਲੇ 16-17 ਮਹੀਨਿਆਂ ਦੇ ਵਿੱਚ ਤਕਰੀਬਨ 51 ਪਟਵਾਰੀਆਂ ਤੇ ਜਿਹੜੇ ਹੈਗੇ ਨੇ ਪਰਚੇ ਦਰਜ ਕੀਤੇ ਨੇ। ਉਹਨਾਂ 'ਚੋਂ 47 ਪਟਵਾਰੀ ਹੈ ਜਿਹੜੇ ਅਰੈਸਟ ਕੀਤੇ ਨੇ। ਸੋ ਇਹਨਾਂ ਦਾ ਆਪਸ 'ਚ ਚੋਰ ਛਪਾਈ ਵਾਲਾ ਖੇਡ ਹੈ ਉਹ ਚੱਲਦਾ ਰਹਿੰਦਾ ਹੈ। ਹੁਣ ਜਦੋਂ ਸਰਕਾਰ ਨਾਲ ਇਹਨਾਂ ਦੀ ਜੋ ਬਲਕਾਰ ਸਿੰਘ ਫੜਿਆ ਹੈ, ਬਿਲਕੁਲ ਉਸ ਮਸਲੇ ਨੂੰ ਲੈ ਕੇ ਜਿਹੜੀ ਪਟਵਾਰ ਯੂਨੀਅਨ ਸੀ ਉਹਨੇ
ਸਟ੍ਰਾਈਕ ਤੇ ਜਾਣ ਦਾ ਫੈਸਲਾ ਕਰ ਲਿਆ 1 ਸਤੰਬਰ ਤੋਂ, ਕਲਮ ਛੋੜ ਹੜਤਾਲ ਦਾ। ਚਲੋ ਮੁੱਖ ਮੰਤਰੀ ਨੇ ਉਹਨਾਂ ਤੇ ਐਸਮਾ ਲਾਉਣ ਦੀ ਗੱਲ ਕਰ ਦਿੱਤੀ ਹੈਗੀ ਹੈ, ਠੀਕ ਹੈ। ਪਰ ਇਹਦੇ ਵਿੱਚ ਮੈਨੂੰ ਇਹ ਤਾਂ ਲੱਗਦਾ ਕਿ ਇੱਕ ਤੁਹਾਡਾ ਜਿਹੜਾ ਡੈਮੋਕ੍ਰੇਟਿਕ ਰਾਈਟ ਹੈ ਉਹ ਤਾਂ ਸੇਫ ਰਹਿਣਾ ਚਾਹੀਦਾ ਹੈ ਜੀ, ਕਿ ਹਰ ਬੰਦੇ ਨੂੰ ਆਪਦੀ ਗੱਲ ਕਹਿਣ ਦਾ ਸਲੀਕਾ ਤਰੀਕਾ ਰਹਿਣਾ ਚਾਹੀਦਾ, ਪ੍ਰੋਟੈਸਟ ਕਰਨ ਦਾ ਅਧਿਕਾਰ ਹੈ, ਉਹਦਾ ਰਾਈਟ ਹੈ, ਕਨਸਟੀਟਿਊਸ਼ਨਲ ਰਾਈਟ ਹੈਗਾ ਨਾ, ਉਹ ਤਾਂ ਜੀਵਤ ਰਹਿਣਾ ਚਾਹੀਦਾ। ਦੂਸਰਾ ਇਹ ਸੀਗਾ ਕਿ ਪਟਵਾਰੀਆਂ ਬਾਰੇ ਜਿਹੜੀ ਪੰਜਾਬ ਦੇ ਵਿੱਚ ਇੱਕ ਪਰਸੈਪਸ਼ਨ ਬਣੀ ਵੀ ਹੈ ਉਹ ਕਿਸੇ ਤੋਂ ਨਹੀਂ ਲੁਕੀ ਹੋਈ, ਬਿਲਕੁਲ ਹੈ ਨਾ। ਪਟਵਾਰੀਆਂ ਨੂੰ ਇਸ ਗੱਲ ਦਾ ਗਿਲਾ ਹੈ ਕਿ ਅਸੀਂ ਜਿਹੜੇ ਜਿਵੇਂ ਹੁਣ ਉਹਨਾਂ ਨੇ ਪਿਛਲੇ ਦਿਨਾਂ 'ਚ ਫੈਸਲਾ ਲਿਆ ਕਿ ਜਿਹੜੇ ਅਸੀਂ ਵਾਧੂ ਸਰਕਲ ਛੱਡੇ ਨੇ ਉਹਨਾਂ ਸਰਕਲਾਂ ਦੇ ਵਿੱਚ ਅਸੀਂ ਗਿਰਦਾਵਰੀ ਦਾ ਕੰਮ ਕੰਟੀਨਿਊ ਕਰਾਂਗੇ ਜੀ। ਉਹ ਅਸਲ 'ਚ ਚਾਹੁੰਦੇ ਨੇ ਕਿ ਜਿਹੜੀ ਕਿਸਾਨਾਂ ਦੀ ਹਮਦਰਦੀ ਹੈ ਉਹ ਸਾਡੇ ਨਾਲ ਬਣੀ ਰਹੇ ਜੀ। ਆਪਾਂ ਕਿਸਾਨ ਅੰਦੋਲਨ ਤੋਂ ਦੇਖ ਲਓ ਜੀ ਕਿ ਜਿੱਥੇ ਜਿੱਥੇ ਲੋਕਾਂ ਦੀ ਇਨਵੋਲਵਮੈਂਟ ਵੇ ਹੋ ਜਾਂਦੀ ਹੈ, ਲੋਕ ਨਾਲ ਜੁੜ ਜਾਂਦੇ, ਲੋਕਾਂ ਦੀ ਸਿੰਪਥੀ ਜੁੜ ਜਾਂਦੀ ਹੈ, ਉਹ ਮੂਵਮੈਂਟਾਂ, ਉਹ ਪ੍ਰੋਟੈਸਟ ਹੈ ਜਿਹੜੇ ਕਾਮਯਾਬ ਹੋ ਜਾਂਦੇ ਜੀ। ਪਟਵਾਰੀਆਂ ਦੇ ਮਸਲੇ ਦੇ ਵਿੱਚ ਇਹ ਥੋੜਾ ਵੱਖਰਾ ਹੈਗਾ। ਪਟਵਾਰੀਆਂ ਦਾ ਇੱਕ ਆਪਣਾ ਪੱਖ ਹੈ ਜਿਹੜਾ ਉਹ ਹੋ ਸਕਦਾ ਹੈਗਾ ਜੀ। ਉਹਨਾਂ ਨੂੰ ਇੱਕ ਮਾਸ ਮੂਵਮੈਂਟ ਦਾ ਜਿਹੜਾ ਸਹਿਯੋਗ ਹੈ ਉਹ ਨਹੀਂ ਮਿਲ ਰਿਹਾ ਜੀ, ਬਿਲਕੁਲ ਕਿਤੇ ਨਹੀਂ ਮਿਲ ਰਿਹਾ ਹੈਗਾ। ਉਹਦਾ ਕਾਰਨ ਕੀ ਹੈ ਕਿ ਪਟਵਾਰੀਆਂ ਦਾ ਵਾਹ ਹਰ ਜਨ ਸਧਾਰਨ ਨਾਲ ਪੈਂਦਾ ਹੈਗਾ ਜੀ, ਤੇ ਉਹ ਬੜੇ ਸਤਾਏ ਹੋਏ ਨੇ ਸਾਰੇ ਪੰਜਾਬ ਦੇ ਵਿੱਚ। ਕਿਤੇ ਪੋਜ਼ਿਟਿਵ ਰੋਲ ਹੈ ਜਿਹੜਾ ਪਟਵਾਰੀ ਦਾ ਸਾਡੇ ਸਾਹਮਣੇ ਕਦੇ ਨਹੀਂ ਆਉਂਦਾ, ਬਿਲਕੁਲ। ਇਸ ਕਰਕੇ ਉਹਨਾਂ ਨੂੰ ਉਹ ਇਹਨਾਂ ਨੂੰ ਸਪੋਰਟ ਵੀ ਨਹੀਂ ਕਰਦੇ, ਕਿਉਂਕਿ ਇਹਨਾਂ ਦੀ ਇਮੇਜ ਹੈ ਜਿਹੜੀ ਪਟਵਾਰੀਆਂ ਦੀ, ਇਹ ਰਾਤੋਂ ਰਾਤ ਨਹੀਂ ਬਣੀ ਜੀ। ਇਹ ਇਮੇਜ ਜਿਹੜੀ ਬਣੀ ਹੈ ਪਟਵਾਰੀਆਂ ਦੀ ਕਿ ਕਰਪਟ ਹੁੰਦੇ ਨੇ, ਮਾਲ ਮਹਿਕਮਾ ਕਰਪਟ ਹੁੰਦਾ ਹੈ, ਇਹ ਦਹਾਕੇ ਲੱਗੇ ਆ ਇਹਨਾਂ ਨੂੰ ਇਮੇਜ ਬਣਨ ਨੂੰ ਜੀ। ਫਿਰ ਇੱਕ ਪਰਸੈਪਸ਼ਨ ਬਣੀ ਹੈਗੀ ਹੈ। ਜੇ ਹੁਣ ਇਹ ਪਟਵਾਰ ਯੂਨੀਅਨ ਕਹੇ ਕਿ ਅਸੀਂ ਰਾਤੋਂ ਰਾਤ ਉਸ ਪਰਸੈਪਸ਼ਨ ਨੂੰ ਲੋਕਾਂ ਦੀ ਨੂੰ ਚੇਂਜ ਕਰ ਦਿਆਂਗੇ ਜੀ, ਉਹ ਪੋਸੀਬਲ ਨਹੀਂ ਹੈ, ਬਿਲਕੁਲ, ਕਿਉਂਕਿ ਇੰਨਾ ਲੰਬਾ ਟਾਈਮ ਲੱਗਿਆ ਹੈਗਾ। ਸੋ ਹੁਣ ਵਿਜੀਲੈਂਸ ਨੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਬਲਕਾਰ ਸਿੰਘ ਦੀ ਜੀ, ਕਿ ਉਹਦੀ ਪ੍ਰਾਪਰਟੀ ਦੀ ਜਾਂਚ ਕੀਤੀ ਹੈ, 4 ਕਰੋੜ ਦੀ ਪ੍ਰਾਪਰਟੀ ਸਾਹਮਣੇ ਆਈ ਹੈ ਜੀ। ਉਹ ਤੋਂ ਇਲਾਵਾ ਮੈਨੂੰ ਇਹ ਪਤਾ ਲੱਗਿਆ ਹੈ ਕਿ ਲੰਘੀ ਕੱਲ੍ਹ ਤੋਂ ਕੁਝ ਜਿਹੜੇ ਪਟਵਾਰੀਆਂ ਦੀ ਇੱਦਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਦੇ ਕੋਲ ਸਰਵਿਸ ਆਉਣ ਤੋਂ ਪਹਿਲਾਂ ਬਹੁਤ ਘੱਟ ਜਾਇਦਾਦ ਸੀ ਤੇ ਹੁਣ ਜਾਇਦਾਦ ਬਹੁਤ ਜ਼ਿਆਦਾ ਹੈ। ਉਹਨਾਂ ਦੀ ਇੱਕ ਸੂਚੀ ਤਿਆਰ ਕਰਕੇ ਵਿਜੀਲੈਂਸ ਵੱਲੋਂ ਅੰਦਰੂਨੀ ਤੌਰ ਤੇ ਪੜਤਾਲ ਸ਼ੁਰੂ ਕੀਤੀ ਗਈ ਹੈ ਕਿ ਉਹਨਾਂ ਦੇ ਕਿੰਨੀ ਕੁ ਉਹਨਾਂ ਨੇ ਪ੍ਰਾਪਰਟੀ ਆਪਣੀ ਜੌਬ ਦੇ ਵਿੱਚ ਰਹਿੰਦੇ ਹੋਏ ਆਪਣੇ ਨਾਂ ਤੇ ਨਾਮੀ ਔਰ ਬੇਨਾਮੀ ਬਣਾਈ ਹੈ ਜੀ। ਇਹਦੇ ਨਾਲ ਇਹ ਠੀਕ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਹੁਣ ਅਸੀਂ ਇਹਨਾਂ ਨੂੰ ਦਵਾ ਲਾਂਗੇ, ਕਿਉਂਕਿ ਬਲਕਾਰ ਸਿੰਘ ਦੇ ਵਾਲੇ ਇਸ਼ੂ ਤੇ ਜਦੋਂ ਦੀ ਉਹਨਾਂ ਦੀ ਪ੍ਰਾਪਰਟੀ ਸਾਹਮਣੇ ਆਈ ਹੈ ਤਾਂ ਉਹਦਾ ਪਟਵਾਰੀਆਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ। ਤਾਂ ਸਰਕਾਰ ਜਿੱਥੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਨਵੇਂ ਪਟਵਾਰੀਆਂ ਦੀ ਭਰਤੀ ਕਰਨੀ ਹੈਗੀ ਹੈ, ਉਹਦੇ ਨਾਲ ਹੀ ਵਿਜੀਲੈਂਸ ਨੂੰ ਵੀ ਇਸ ਕੰਮ ਤੇ ਲਾਇਆ ਕਿ ਇਹ ਦੇਖੋ ਕਿ ਕਿਹੜੇ ਪਟਵਾਰੀ ਹੈ ਜਿਹੜੇ ਉਹਨਾਂ ਨੇ ਕਰਪਸ਼ਨ ਦੇ ਜ਼ਰੀਏ ਜਾਂ ਆਪਣੇ ਆਮਦਨ ਦੇ ਸਰੋਤਾਂ ਤੋਂ ਵੱਧ ਜਿਹੜੀ ਜਾਇਦਾਦ ਹੈ ਉਹ ਆਪਣੇ ਸਰਵਿਸ ਦੇ ਦੌਰਾਨ ਬਣਾਈ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਇੱਕ ਟਸਲ ਹੈ ਇਹ ਇੱਕ ਹੋਰ ਨਵਾਂ ਮੋੜ ਵੀ ਹੈ ਉਹ ਕੱਟ ਸਕਦੀ ਹੈ ਜੀ। ਇਹ ਸਨ ਮੇਰੇ ਸਾਥੀ ਪੱਤਰਕਾਰ ਸ਼੍ਰੀ ਚਰਨਜੀਤ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਹੋਰ ਨਵੇਂ ਮਸਲੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।